ਇੱਕ मैसेज दिता है, रुतबा तो खामोशियों का होता है, अल्फाज का क्या वो तो बदल जाते हैं अक्सर हालात देखकर। ਇਹ ਰੁਤਬਾ ਦੱਸਣ ਵਾਸਤੇ ਵੀ ਦੇਖੋ ਅਲਫਾਜ਼ਾਂ ਦੀ ਲੋੜ ਪਈ ਹੈ। ਸ਼ਬਦਾਂ ਦੀ ਲੋੜ ਪੈ ਰਹੀ ਹੈ ਖਾਮੋਸ਼ੀ ਦਾ ਰੁਤਬਾ ਦੱਸਣ ਵਾਸਤੇ, ਜਾਂ ਕਹਿ ਲਓ ਮੌਨ ਦਾ। ਬਾਹਰੋਂ ਚੁੱਪ ਹੋ ਜਾਣਾ ਮੌਨ ਨਹੀਂ ਹੈ, ਖਾਮੋਸ਼ੀ ਨਹੀਂ ਹੈ। ਕਈ ਬਾਹਰੋਂ ਚੁੱਪ ਹੋ ਕੇ ਬੈਠ ਜਾਂਦੇ ਹਨ, ਲੋਕ ਉਹਨਾਂ ਨੂੰ ਖਾਮੋਸ਼ ਸਮਝ ਲੈਂਦੇ ਹਨ, ਪਰ ਉਹ ਖਾਮੋਸ਼ੀ ਵਾਸਤੇ ਸਹਾਇਕ ਹੁੰਦਾ ਹੈ ਬਾਹਰੋਂ ਚੁੱਪ ਹੋਣਾ। ਬਾਹਰੋਂ ਮੌਨ ਹੋਣਾ ਅੰਦਰੋਂ ਮਨ ਦੇ ਮੌਨ ਹੋਣ ਵਾਸਤੇ ਸਹਿਯੋਗੀ ਹੈ। ਇਸ ਕਰਕੇ ਕਿਹਾ ਜਾਂਦਾ ਹੈ ਵੀ ਬਾਹਰ ਘੱਟ ਬੋਲੋਗੇ ਤੇ ਵਿਚਾਰਧਾਰਾ ਘੱਟ ਚੱਲੇਗੀ, ਪਰ ਜਿਹੜਾ ਅੰਦਰੋਂ ਮੌਨ ਹੋ ਗਿਆ, ਮੁਨੀ ਹੋ ਗਿਆ, ਖਾਮੋਸ਼ ਹੋ ਗਿਆ, ਚੁੱਪ ਹੋ ਗਿਆ, ਸ਼ਾਂਤ ਹੋ ਗਿਆ, ਸ਼ਾਂਤ ਸਹਿਜ ਰਹਿਸ ਮਨ ਉਪਜੀ ਸਗਲੇ ਦੁੱਖ ਭਲਾ। ਤਾਂ ਉਹਨੂੰ ਦੱਸਿਆ ਨਹੀਂ ਜਾ ਸਕਦਾ ਸ਼ਬਦਾਂ ਦੁਆਰਾ। ਉਹ ਤੇ ਸ਼ਾਂਤ ਹੋ ਕੇ ਹੀ ਜਾਣੋਗੇ, ਖਾਮੋਸ਼ ਹੋ ਕੇ ਹੀ ਜਾਣੋਗੇ ਨਾ ਖਾਮੋਸ਼ੀ। ਫਿਰ ਜਿਹੜੀ ਖਾਮੋਸ਼ੀ ਹੈ, ਇਹ ਤਾਂ ਜਦੋਂ ਕੋਈ ਖਾਮੋਸ਼ ਹੋਇਆ ਹੈ, ਚੁੱਪ ਹੋਇਆ, ਸ਼ਾਂਤ ਹੋਇਆ, ਗਹਿਰਾ ਗਿਆ ਹੈ, ਸ਼ਾਂਤੀ ਜੀ ਗਹਿਰਾਈ 'ਚ ਸੁਣ ਹੋਇਆ ਹੈ। ਉਹ ਭਾਵੇਂ ਪਿੱਛੇ ਹੋਇਆ ਹੋਵੇ ਜਾਂ ਉਹ ਹੁਣ ਹੋ ਰਿਹਾ ਹੈ, ਉਹ ਤਾਂ ਉਹੋ ਹੀ ਹੈ, ਪਰ ਸ਼ਬਦ ਬਦਲ ਜਾਤੇ हैं। ਇਹ ਗੱਲ ਇਹਦੀ ਠੀਕ ਹੈ, ਹਾਲਾਤ ਦੇਖ ਕਰ, ਕਿਉਂਕਿ ਸ਼ਬਦਾਂ ਨੂੰ ਬਦਲਣਾ ਪੈਂਦਾ ਹੈ, ਕਿਉਂਕਿ ਹਾਲਾਤ ਭਿੰਨ ਹੋ ਜਾਂਦੇ ਹਨ ਬਾਹਰ। ਪਰ ਲੋਕ ਸ਼ਬਦਾਂ ਦੇ ਆਦੀ ਹੋ ਜਾਂਦੇ ਹਨ, ਉਹ ਪੁਰਾਣੇ ਸ਼ਬਦਾਂ ਦੇ ਮੁਤਾਬਕ ਸੋਚਦੇ ਰਹਿੰਦੇ ਹਨ। ਪਰ ਜਿਹੜਾ ਉਹਨੂੰ ਜਾਣ ਕੇ ਬੋਲ ਰਿਹਾ ਹੈ, ਉਹ ਫਿਰ ਹਾਲਾਤ ਦੇਖ ਕੇ ਸ਼ਬਦ ਬਦਲ ਦਿੰਦਾ ਹੈ, ਕਿਉਂਕਿ ਜਿਹੜੇ ਸ਼ਬਦ ਸਮਝ ਸਕਦੇ ਹਨ ਲੋਕ, ਉਹੋ ਹੀ ਉਹ ਸ਼ਬਦਾਂ ਦਾ ਉਪਯੋਗ ਕਰਦੇ ਹਨ। ਜਿਵੇਂ ਹਰ ਇੱਕ ਜਾਗਰਤ ਪੁਰਸ਼ ਨੇ ਅਲੱਗ-ਅਲੱਗ ਭਾਸ਼ਾ ਦਾ ਸ਼ਬਦਾਂ ਦਾ ਉਪਯੋਗ ਕੀਤਾ। ਹਾਲਾਤ ਜੈਸੇ ਸੀ, ਜੈਸੇ ਲੋਕ ਸੁਣਨ ਵਾਲੇ ਸਨ, ਸਰੋਤੇ ਸਨ, ਵੈਸੇ ਹੀ ਸਮਝਾਓਗੇ। ਇੱਦਾਂ ਹਾਲਾਤ ਦੇਖ ਕੇ ਸ਼ਬਦ ਬਦਲ ਜਾਂਦੇ ਹਨ, ਪਰ ਉਹ ਜੋ ਸੁਣ ਹੈ, ਉਹ ਜਿਹੜੀ ਖਾਮੋਸ਼ੀ ਹੈ, ਉਹ ਤਾਂ ਉਹੋ ਹੀ ਹੈ ਨਾ। ਉਹ ਨਹੀਂ ਬਦਲਦੀ, ਉਹਦੇ ਵੱਲ ਨੂੰ ਇਸ਼ਾਰਾ ਦੇਣ ਵਾਲੇ ਬਦਲ ਜਾਂਦੇ ਹਨ, ਇਸ਼ਾਰਾ ਕਰਨ ਵਾਲੇ ਬਦਲ ਜਾਂਦੇ ਹਨ। ਪਰਮਾਤਮਾ ਕਹਿ ਲਓ, ਪਰਮਾਤਮਾ ਵੱਲ ਇਸ਼ਾਰਾ ਕਰਨ ਵਾਲੇ ਬਦਲ ਜਾਂਦੇ, ਪਰ ਉਹ ਜਿਹੜਾ ਹੈ ਜਿਹਦੇ ਵੱਲ ਇਸ਼ਾਰਾ ਕੀਤਾ ਜਾ ਰਿਹਾ ਹੈ, ਉਹ ਉਹੀ ਹੈ ਜਿਹੜਾ ਪਿੱਛੇ ਸੀ, ਜਿਹੜਾ ਪਿੱਛੇ ਪ੍ਰਕਾਸ਼ਿਤ ਸੀ, ਉਹ ਹੁਣ ਵੀ ਪ੍ਰਕਾਸ਼ਿਤ ਹੈ, ਉਹੋ ਹੀ। ਪਰ ਦੇਖੋ ਤੁਸੀਂ, ਕਮਾਲ ਦੀ ਗੱਲ ਇਹ ਹੈ ਵੀ ਜਿਨ੍ਹਾਂ ਦੀ ਕੱਲ੍ਹ ਗੱਲ ਕਰ ਰਿਹਾ ਸੀ ਮੈਂ, ਬਲਵੀਰ ਸਿੰਘ
ਧਰਮਾਲੇ ਵਾਲੇ ਇਹ ਕਰਤੇ ਰਹੇ ਹਨ ਪ੍ਰਕਾਸ਼ ਦੀ ਗੱਲ। ਉਹਨਾਂ ਨੇ ਰਿਕਾਰਡਿੰਗ ਵਿੱਚ ਕੀਤੀ ਹੈ ਵੀ ਸ਼ਬਦ ਸੁਣ ਸੁਣ ਕੇ ਫਿਰ ਅੰਦਰ ਪ੍ਰਕਾਸ਼ ਹੋ ਜਾਂਦਾ। ਪਰ ਇਹਨਾਂ ਨੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੋਈ ਹੈ ਗੁਰੂ ਨਾਨਕ ਦੇਵ ਜੀ ਦੀ। ਮੈਨੂੰ ਇਹਦਾ ਮਤਲਬ ਇਹੋ ਹੀ ਹੈ ਵੀ ਵੀ ਪ੍ਰਕਾਸ਼ ਪੁਰਬ ਮਨਾਉਂਦੇ ਹੋਣਗੇ। ਹੁਣ ਜਿਹੜੇ ਪ੍ਰਕਾਸ਼ ਪੁਰਬ ਮਨਾ ਰਹੇ ਹਨ ਤੇ ਇਹਦਾ ਮਤਲਬ ਵੀ ਇਹਨਾਂ ਨੂੰ ਪ੍ਰਕਾਸ਼ ਹੋਇਆ ਨਹੀਂ ਹੈ, ਸਿਰਫ ਪ੍ਰਕਾਸ਼ ਦੀ ਕਲਪਨਾ ਕਰ ਲਈ। ਪ੍ਰਕਾਸ਼ ਪੁਰਬ ਦਾ ਮਤਲਬ ਹੁੰਦਾ ਪਿੱਛੇ ਪ੍ਰਕਾਸ਼ ਹੋਇਆ। ਹੁਣ ਜਿਹੜਾ ਪ੍ਰਕਾਸ਼ ਬਾਬੇ ਨਾਨਕ 'ਚ ਪਿੱਛੇ ਹੋਇਆ ਸੀ, ਪ੍ਰਕਾਸ਼ਿਤ ਹੋਇਆ ਸੀ ਪਰਮਾਤਮਾ, ਉਹੋ ਹੀ ਪਰਮਾਤਮਾ ਹੁਣ ਵੀ ਹੈ। ਤੋ ਉਹਦੇ ਦੁਆਰਾ ਹੀ ਸਭ ਕੁਛ ਪ੍ਰਕਾਸ਼ਿਤ ਹੈ, ਚੱਲ ਰਿਹਾ ਹੈ। ਸੰਸਾਰ ਬਦਲ ਰਿਹਾ ਹੈ ਨਾ, ਬਾਹਰ ਹਾਲਾਤ ਬਦਲ ਰਹੇ ਹਨ, ਹਾਲਾਤਾਂ ਕਰਕੇ ਸ਼ਬਦ ਬਦਲ ਰਹੇ ਹਨ, ਬਾਹਰ ਬਦਲ ਰਿਹਾ, ਪਰ ਉਹ ਤਾਂ ਇੱਕੋ ਹੀ ਹੈ ਨਾ। ਇਸੇ ਕਰਕੇ ਉਹਨੂੰ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਿਹਾ। ਉਹ ਨਹੀਂ ਬਦਲਦਾ। ਤੋ ਜੋ ਪਿੱਛੇ ਪ੍ਰਕਾਸ਼ਿਤ ਹੋਇਆ ਸੀ ਕਿਸੇ ਘੜੇ ਦੇ ਅੰਦਰ, ਘਟ ਦੇ ਅੰਦਰ, ਉਹੋ ਹੀ ਹੁਣ ਸਾਰਿਆਂ ਘੜਿਆਂ 'ਚ ਮੌਜੂਦ ਹੈ। ਘਟ ਘਟ ਮੇ ਹਰਜੂ ਬਸੇ ਸੰਤਨ ਕਹਿਓ ਪਕਾ। ਤੇ ਜਿਹੜਾ ਹੁਣ ਪ੍ਰਕਾਸ਼ ਨੂੰ ਦੇਖ ਲੈਂਦਾ ਹੈ ਨਾ, ਉਹ ਫਿਰ ਪੂਰਬ ਜਿਹੜਾ ਪ੍ਰਕਾਸ਼ ਹੋਇਆ ਸੀ ਉਹਨੂੰ ਮਨਾਉਂਦਾ ਥੋੜ੍ਹੀ ਹੈ, ਉਹ ਪਿੱਛੇ ਥੋੜ੍ਹੀ ਜਾਂਦਾ ਹੈ। ਹੁਣ ਦੇਖੋ ਖਿਆਲ ਕਰੋ, ਹੁਣ ਜਿਹੜਾ ਪੂਰਬ ਦੇ ਵਿੱਚ ਪਿੱਛੇ ਜਾ ਰਿਹਾ ਹੈ, ਇਹਦਾ ਮਤਲਬ ਵੀ ਹੁਣ ਉਹਨੇ ਉਸ ਪ੍ਰਕਾਸ਼ ਨੂੰ ਦੇਖਿਆ ਨਹੀਂ ਹੈ। ਅਗਰ ਦੇਖ ਲੈਂਦਾ ਤਾਂ ਉਹਨੂੰ ਪਤਾ ਲੱਗਣਾ ਸੀ ਵੀ ਇੱਥੇ ਪੂਰਬ ਦੇ ਵਿੱਚ ਤੇ ਅੱਗੇ ਪਿੱਛੇ ਕੁਝ ਵੀ ਨਹੀਂ ਹੈ, ਇੱਕੋ ਹੀ ਪ੍ਰਕਾਸ਼ਿਤ ਹੈ ਸਦਾ ਤੋਂ। ਉਹਦੇ ਵਿੱਚ ਖੇਲ ਚੱਲ ਰਿਹਾ ਹੈ। ਬਾਹਰ ਘੜੇ ਬਦਲਦੇ ਹਨ, ਘੜਿਆਂ ਦਾ ਰੂਪ ਰੰਗ ਬਦਲਦਾ ਹੈ, ਲੇਕਿਨ ਪ੍ਰਕਾਸ਼ ਤੇ ਉਹ ਹੀ ਹੈ। ਪੜ੍ਹਦੇ ਵੀ ਹੋ ਤੁਸੀਂ ਸਭ ਮੈਂ ਜੋਤ ਜੋਤ ਹੈ ਸੋ, ਤਿਸ ਤੇ ਚਾਨਣ ਸਭ ਮੈਂ ਚਾਨਣ ਹੋ। ਇੱਕੋ ਹੀ ਜੋਤ ਹੈ, ਇੱਕੋ ਹੀ ਪ੍ਰਕਾਸ਼ਿਤ ਹੈ। ਪਰ ਜਿਹੜਾ ਪਿੱਛੇ ਜਾ ਰਿਹਾ ਹੈ, ਖਿਆਲ ਵਿੱਚ ਲਓ, ਤੇ ਉਹਨੂੰ ਵਾਸਤਵਿਕ ਦੇ ਵਿੱਚ ਉਹ ਪ੍ਰਕਾਸ਼ ਦਿਖਾਈ ਨਹੀਂ ਦਿੱਤਾ। ਇਹ ਪ੍ਰਕਾਸ਼ ਉਦੋਂ ਦਿਖਦਾ ਹੈ ਜਦੋਂ ਪਿਛਲਾ ਤੇ ਅਗਲਾ ਸਮਾਂ ਸਮਾਪਤ ਹੋ ਜਾਂਦਾ ਹੈ। ਵਰਤਮਾਨ ਤੋਂ ਯਾਤਰਾ ਸ਼ੁਰੂ ਕਰਨੀ ਪੈਂਦੀ ਹੈ। ਗੁਰਮੁਖ ਵਰਤਮਾਨ ਵਿੱਚ ਵਰਤਦਾ ਕਿਆ ਹੈ ਨਾ, ਤੋ ਉਹ ਫਿਰ ਪਿਛਲਾ ਵੀ ਭੁੱਲ ਜਾਂਦਾ ਹੈ, ਪਿਛਲਾ ਵੀ ਵਿਸਾਰ ਦਿੰਦਾ ਹੈ, ਪਿਛਲਾ ਵੀ ਛੱਡ ਦਿੰਦਾ ਹੈ, ਤੇ ਅਗਲਾ ਤੇ ਆਇਆ ਹੀ ਨਹੀਂ। ਅਗਲੇ ਸਮੇਂ 'ਚ ਤੇ ਵਾਸ਼ਨਾ ਲੈ ਕੇ ਜਾਂਦੀ, ਇਸ ਕਰਕੇ ਉਹ ਵਾਸ਼ਨਾ ਨਹੀਂ ਕਰਦਾ, ਸੰਸਾਰ ਦੀ ਚਾਹਤ ਨਹੀਂ ਕਰਦਾ, ਚਾਹੁੰਦਾ ਨਹੀਂ ਕੁਛ ਵੀ ਚਾਹੋ ਤੇ ਅੱਗੇ ਜਾਵੇਗਾ ਮਨ। ਪਰਮਾਤਮਾ ਵੀ ਚਾਹੋ ਤਾਂ ਵੀ ਅੱਗੇ ਜਾਏਗਾ। ਇਸ ਕਰਕੇ ਉਹ ਚਾਹਤ ਨਹੀਂ ਕਰਦਾ, ਉਹ ਵਰਤਮਾਨ 'ਚ ਰਹਿੰਦਾ।
ਤੇ ਵਰਤਮਾਨ 'ਚੋਂ ਯਾਤਰਾ ਜਿਹੜੀ ਹੈ ਨਾ ਉਹ ਚੱਲਦੀ ਹੈ ਫਿਰ ਉੱਧਰ ਨੂੰ, ਪ੍ਰਕਾਸ਼ ਵੱਲ ਨੂੰ, ਸ਼ਾਂਤੀ ਵੱਲ ਨੂੰ, ਸੁਣਨ ਵੱਲ ਨੂੰ। ਇਹ ਸੁਣਨ ਦੀਆਂ ਵੀ ਗੱਲਾਂ ਕਰਦੇ। ਵਰਤਮਾਨ ਦੇ ਵਿੱਚ ਰਹਿ ਕੇ ਧੀਰੇ ਧੀਰੇ ਫਿਰ ਸਾਸਵਤ ਦੇ ਵਿੱਚ ਉਤਰ ਜਾਂਦਾ ਹੈ ਤੇ ਜਾਣਦਾ ਹੈ ਕਿ ਸਾਰਿਆਂ 'ਚ ਇੱਕੋ ਹੀ ਪ੍ਰਕਾਸ਼ ਸਦਾ ਤੋਂ। ਫਿਰ ਬਾਹਰਲਾ ਸਮੇਂ ਮਿਟ ਜਾਂਦਾ ਹੈ, ਕਿਉਂਕਿ ਬਾਹਰਲਾ ਸਮੇਂ ਸਰੀਰ ਦੀਆਂ ਅੱਖਾਂ ਨਾਲ ਦਿਖਾਈ ਦਿੰਦਾ ਹੈ। ਵਿਚਾਰ ਦੁਬਾਰਾ ਪਤਾ ਲੱਗਦਾ ਹੈ ਅੱਗੇ ਪਿੱਛੇ ਦਾ। ਜਦੋਂ ਵਿਚਾਰ ਨਾ ਹੋਵੇ ਤਾਂ ਕਿਤੇ ਅੱਗੇ ਪਿੱਛੇ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ। ਇਸੇ ਕਾਰਨ ਹੀ ਮੈਂ ਅਕਸਰ ਕਹਿੰਦਾ ਹਾਂ ਵੀ ਕਈ ਵਾਰਾਂ ਮਨ ਵੀ ਕਲਪਨਾ ਕਰ ਲੈਂਦਾ ਹੈ ਪ੍ਰਕਾਸ਼ ਦੀ, ਤੁਹਾਨੂੰ ਪ੍ਰਕਾਸ਼ ਵੀ ਦਿਖਾਈ ਦੇ ਦਿੰਦਾ। ਕਲਪਨਾ ਕਰਦੇ ਰਹੋਗੇ ਪ੍ਰਕਾਸ਼ ਦੀ, ਵਾਰ ਵਾਰ ਕਿਹਾ ਗਿਆ ਹੈ ਪ੍ਰਕਾਸ਼ ਦਿਖਾਈ ਦਿੰਦਾ ਦਿਖਾਈ ਦਿੰਦਾ। ਦੇਖਣਾ ਸ਼ੁਰੂ ਕਰ ਦੇਵੇ ਕੋਈ ਤੇ ਦਿਖਣ ਲੱਗ ਜਾਂਦਾ। ਇੱਦਾਂ ਹੀ ਤੁਹਾਨੂੰ ਸੁਣਨ ਲੱਗ ਜਾਂਦੀ ਕਲਪਨਾ ਕਰ। ਪਰ ਉਹ ਸਹਿਜ ਅਵਸਥਾ ਦੇ ਵਿੱਚ ਨਹੀਂ ਆਉਂਦਾ ਹੈ। ਇਸ ਕਾਰਨ ਉਹ ਅਤੀਤ ਨੂੰ ਵੀ ਪਕੜ ਕੇ ਰੱਖਦਾ ਹੈ। ਧਾਰਮਿਕ ਲੋਕ ਦੇਖੋ ਅਤੀਤ ਨੂੰ ਵੀ ਨਹੀਂ ਛੱਡਦੇ ਹਨ। ਉਹ ਪੁਰਾਣੀਆਂ ਸਾਖੀਆਂ ਕਹਾਣੀਆਂ ਦੇ ਨਾਲ ਜੋੜਦੇ ਰਹਿੰਦੇ ਆ ਤੇ ਨਾਲੇ ਨਾਲੇ ਕਹਿੰਦੇ ਹਨ ਧਿਆਨ ਕਰੋ, ਸਿਮਰਨ ਕਰੋ। ਹੁਣ ਇਹਨਾਂ ਨੂੰ ਇਹ ਪੁੱਛੇ ਵੀ ਅਗਰ ਤੁਸੀਂ ਧਿਆਨ ਹੀ ਕਰਵਾ ਰਹੇ ਹੋ, ਸਿਮਰਨ ਕਰਵਾਉਂਦੇ ਹੋ, ਕਹਿੰਦੇ ਹੋ ਸੁਰਤ ਨੂੰ ਸ਼ਬਦ ਵਿੱਚ ਜੋੜਨਾ ਹੈ, ਤੇ ਪਿਛਲੀਆਂ ਕਹਾਣੀਆਂ ਛੱਡੋ। ਫਿਰ ਪਿਛਲੀ ਵਿਚਾਰਧਾਰਾ ਛੁੱਟੇਗੀ ਤਾਂ ਹੀ ਆਵੇਗਾ ਨਾ ਬੰਦਾ। ਹੁਣ ਸਾਸਵਤ ਦੇ ਵਿੱਚ, ਵਰਤਮਾਨ ਦੇ ਵਿੱਚ ਪਹਿਲਾਂ ਆਵੇਗਾ, ਫਿਰ ਹੀ ਉਤਰੇਗਾ ਨਾ। ਸ਼ਬਦ ਦੇ ਵਿੱਚ ਧਿਆਨ ਲੱਗੇਗਾ। ਪਰ ਪਿਛਲੀਆਂ ਕਹਾਣੀਆਂ ਤੋਂ ਮੁਕਤ ਨਹੀਂ ਕਰ ਰਹੇ ਹਨ। ਇਹਦਾ ਮਤਲਬ ਇਹਨਾਂ ਨੂੰ ਪਤਾ ਨਹੀਂ। ਇਸੇ ਕਾਰਨ ਹੀ ਤੇ ਮੈਂ ਕਹਿੰਦਾ ਧਾਰਮਿਕ ਲੋਕ ਵੀ ਧਾਰਮਿਕ ਰਹੁ ਰੀਤੀਆਂ ਵੈਸੇ ਹੀ ਕਰਦੇ ਰਹਿੰਦੇ ਹਨ ਜੈਸੇ ਪਿੱਛੇ ਉਹਨਾਂ ਨੇ ਸੁਣਿਆ ਹੈ ਤੋ ਕਰ ਰਹੇ ਸਨ, ਵੈਸੇ ਕਰੀ ਜਾਂਦੇ। ਇਹ ਤਾਂ ਸੰਸਾਰੀ ਲੋਕ ਲੱਗੇ ਹਨ, ਜੋ ਬਜ਼ੁਰਗਾਂ ਨੇ ਕਿਹਾ ਉਹ ਕਰੀ ਜਾਂਦੇ ਇੱਦਾਂ ਹੀ। ਤੇ ਪਿਛਲੀ ਵਿਚਾਰਧਾਰਾ ਦੇ ਨਾਲ ਉੱਦਾਂ ਹੀ ਜੁੜੇ ਰਹਿੰਦੇ ਹਨ। ਤੋ ਉਸ ਵਿਚਾਰਧਾਰਾ ਦੁਆਰਾ ਸੋਚ ਸੋਚ ਕੇ ਅੱਗੇ ਦੂਸਰਿਆਂ ਨੂੰ ਦੱਸ ਰਹੇ ਆ। ਪਰ ਸੋਚ ਕੇ ਵਿਚਾਰ ਕੇ ਕੋਈ ਖਾਮੋਸ਼ ਥੋੜ੍ਹੀ ਹੁੰਦਾ ਹੈ, ਚੁੱਪ ਥੋੜ੍ਹੀ ਹੁੰਦਾ। ਸੋਚ ਵਿਚਾਰ ਕੇ ਚੁੱਪ ਥੋੜ੍ਹੀ ਹੋਇਆ ਜਾ ਸਕਦਾ, ਨਾ ਹੀ ਸਮਝ ਕੇ ਹੋਇਆ ਜਾ ਸਕਦਾ। ਨਾ ਹੀ ਜਪ ਤਪ ਕਰਕੇ ਹੋਇਆ ਜਾ ਸਕਦਾ ਹੈ, ਸਿਮਰਨ ਧਿਆਨ ਕਰਕੇ ਹੋਇਆ ਜਾ ਸਕਦਾ। ਚੁੱਪ ਹੋਇਆ ਜਾਂਦਾ ਹੈ ਇਹ ਜਾਣ ਕੇ ਕਿ ਸ਼ਬਦਾਂ ਦਾ ਉਪਯੋਗ ਸਿਰਫ ਬਾਹਰ ਜੋ ਇਹ ਸਰੀਰ ਹੈ ਇਹਦੇ ਵਾਸਤੇ ਹੈ, ਇਹਦੇ ਸਹਿਯੋਗ ਵਾਸਤੇ ਹੈ। ਜਾਂ ਇਹ ਜੋ ਸ਼ਬਦ ਹਨ ਇਹਨਾਂ ਦਾ ਉਪਯੋਗ ਸ਼ਬਦਾਂ ਨੂੰ ਛੱਡਣ ਵਾਸਤੇ ਹੁੰਦਾ ਹੈ।
ਜਿਵੇਂ ਇੱਕ ਕੰਡਾ ਲੱਗਾ ਹੋਵੇ ਨਾ ਪੈਰ ਦੇ ਵਿੱਚ, ਦੂਸਰੇ ਕੰਡੇ ਦੇ ਨਾਲ ਆਦਮੀ ਕੱਢ ਦਿੰਦਾ। ਇੱਦਾਂ ਹੀ ਸ਼ਬਦ ਹਨ, ਵਿਚਾਰ ਹਨ, ਬਹੁਤ ਆਨੰਦ ਚੱਲ ਰਿਹਾ। ਅਤੇ ਇੱਕ ਸ਼ਬਦ ਦੁਬਾਰਾ ਉਹਨਾਂ ਨੂੰ ਅੰਦਰੋਂ ਕੱਢ ਦੇਣਾ। ਫਿਰ ਸ਼ਬਦ ਦੀ ਚੋਟ ਦੁਬਾਰਾ ਨਿਕਲਦੇ ਹਨ। ਅਤੇ ਸ਼ਬਦ ਜਿਹੜੇ ਹਨ, ਇਹਨਾਂ ਦਾ ਉਪਯੋਗ ਸ਼ਬਦਾਂ ਨੂੰ ਕੱਢਣ ਵਾਸਤੇ ਹੀ, ਸੰਸਾਰ ਨੂੰ ਕੱਢਣ ਵਾਸਤੇ, ਅਤੇ ਸੰਸਾਰ ਵਿੱਚ ਹੀ ਇਹ ਪੈਦਾ ਹੋਏ। ਅਤੇ ਇਹ ਸ਼ਬਦ ਜਿਹੜੇ ਹਨ, ਇਹ ਬਦਲਦੇ ਰਹਿੰਦੇ ਹਨ। ਇਸ ਕਰਕੇ ਸ਼ਬਦਾਂ ਦੇ ਨਾਲ ਨਹੀਂ ਜੁੜਨਾ। ਮੈਂ ਵੀ ਸ਼ਬਦ ਹੀ ਬੋਲ ਰਿਹਾ ਹਾਂ, ਅਤੇ ਇਹਨਾਂ ਦੇ ਨਾਲ ਵੀ ਨਹੀਂ ਜੁੜਨਾ। ਇਸ਼ਾਰਾ ਸਮਝਣਾ ਹੈ ਸਿਰਫ। ਸ਼ਬਦਾਂ ਦੁਆਰਾ ਇਸ਼ਾਰਾ ਹੁੰਦਾ। ਸਤਿਪੁਰਖ ਇਸ਼ਾਰਾ ਕਰਦੇ, ਖਾਮੋਸ਼ੀ ਵੱਲ, ਸ਼ਾਂਤੀ ਵੱਲ, ਸੁਣਨ ਵੱਲ, ਪਰਮਾਤਮਾ ਵੱਲ ਕਹਿ ਲਓ। ਤਾਂ ਉਹਨਾਂ ਦੀ ਉਂਗਲ ਨੂੰ ਨਹੀਂ ਫੜ ਲੈਣਾ ਹੈ, ਇਸ਼ਾਰੇ ਨੂੰ ਸਮਝਣਾ ਹੈ। ਸ਼ਬਦਾਂ ਨੂੰ ਨਹੀਂ ਪਕੜ ਲੈਣਾ। ਸ਼ਬਦ ਉਪਯੋਗੀ ਹਨ, ਸਹਾਰਾ। ਅਤੇ ਇਸ਼ਾਰੇ ਨੂੰ ਸਮਝਣ ਵਾਸਤੇ ਵੀ ਤੁਸੀਂ ਵਰਤਮਾਨ 'ਚ ਆਓਗੇ ਤਾਂ ਸਮਝੋਗੇ ਨਾ, ਕਿਉਂਕਿ ਵਰਤਮਾਨ 'ਚ ਇਸ਼ਾਰਾ ਕੀਤਾ ਜਾ ਰਿਹਾ ਹੈ ਹੁਣ ਸਾਹਮਣੇ। ਅਤੇ ਹੁਣ ਦੇਖੋਗੇ ਉਸ ਪ੍ਰਕਾਸ਼ ਨੂੰ ਜਿਹੜਾ ਪੂਰਬ ਦੇ ਵਿੱਚ ਹੋਇਆ ਸੀ। ਉਹ ਪ੍ਰਕਾਸ਼ ਹੁਣ ਵੀ ਮੌਜੂਦ ਹੈ। ਮੇਰੇ ਵਿੱਚ ਨਹੀਂ, ਤੁਹਾਡੇ ਸਾਰਿਆਂ ਦੇ ਵਿੱਚ ਹੀ ਉਹ ਹੀ ਮੌਜੂਦ ਹੈ। ਮੈਂ ਤਾਂ ਦੇਖ ਰਿਹਾ, ਪਰ ਤੁਸੀਂ ਪਿੱਛੇ ਦੇਖ ਰਹੇ ਹੋ। ਪਿੱਛੇ ਨਾ ਦੇਖੋ, ਨਾ ਅੱਗੇ ਦੇਖੋ, ਹੁਣ ਦੇਖੋ ਸਾਹਮਣੇ।